वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़ मिल बैठी गुरु रूप गुरु खालसा साध संगत जीओ आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो। साध संगत जियो कल जो बैराड़ी राग चौथे पातशाह धन सतगुरु श्री गुरु रामदास महाराज जी का उचारण किया होया सो संपूर्ण होया सी, जिस दे विच आखिरी शब्दां दे अंदर गुरु जी महाराज ने बख्शिश रहमत वरताई। बैराड़ी महला चौथा जप मन हर निरंजन निरंकार कि हे मेरे मना जो शुद्ध स्वरूप माइकी आकारां तो रहत है वो हरि परमेश्वर का जाप जपिया कर। सदा सदा हर ध्याइया सुखदाता जाका अंत न पारा वारा रहाओ। वो सुखां दे दाते हरि परमेश्वर नो सदा सदा वास्ते ध्याना करिए। जिस वाहिगुरु का अंत आर पार करके जीवन तो पाया नहीं जाता। अगन कुंड में उर्द लिव लागा हे मेरे मना जद जीव माता के गर्भ की अग के कुंड दे विच पुठा लटकिया होया सी। हर राखै उधर मंझारा उदों जीव परमेश्वर या उर्द रूप परमेश्वर की लिव दे विच लगा होया। उस समय परमेश्वर ने जीव नूं नाम दे प्रताप करके माता दे पेट की अग दे विचों सड़न तो बचाई रखिया। अपना सिमरन दे प्रतिपालिया वो सगल घटां का मालका। आप दा सिमरन दे के जीव की पालना की। सो ऐसा हर सेव हो मेरे मन हे मेरे मना वो एहो जे हरि परमेश्वर नूं तो एक चित हो के सेवना कर। हर अंत छडावण हारा जो परमेश्वर अंत दे समय जमन दे दुखां तो छडाउण वाला है। हर जुग जुग भगत उपाया पैज रखदा आया राम राजे। हर नाखस दुष्ट हर मारिया प्रहलाद तराया। अहंकारियां निंदकां पिठ दे नाम देव मुख लाया। जन नानक ऐसा हर सेविया अंत लय छड़ाया। कबीर क्या जाना कि मरेंगे कैसा मरना होए। जेकर साहिब मनु ना विसरै तां सहला मरना होए। उंज तां सानू परमात्मा ने दुध पुत धन माया जमीन जायदाद कारोबार सब कुछ दे के निहाल किया है। किसी भी चीज़ की कोई घाट नहीं है।
ਗੁਰਦੁਆਰੇ ਤਾਂ ਆਈਦਾ ਹੈ, ਬਾਣੀ ਤਾਂ ਪੜ੍ਹੀ ਦੀ ਹੈ, ਨਿਤਨੇਮ ਭਜਨ ਬੰਦਗੀ ਤਾਂ ਕਰੀ ਦੀ ਹੈ ਵੀ ਜਦ ਮੌਤ ਆਵੇ ਉਦੋਂ ਉਹਨਾਂ ਤੋਂ ਜਿਹੜੇ ਯਮਦੂਤ ਨੇ ਕੋਈ ਛੁੱਟ ਨਹੀਂ ਸਕਦਾ। ਮਹਾਰਾਜ ਸਾਨੂੰ ਛੁਡਾ ਲਵੇ ਅਤੇ ਸਾਡੀ ਮੌਤ ਸੁਖਾਲੀ ਹੋ ਜਾਏ। ਅਤੇ ਜਿਵੇਂ ਹੁਣ ਗੁਰਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹਾਂ, ਇਹ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਮਰਨ ਤੋਂ ਬਾਅਦ ਵੀ ਆਪ ਦੇ ਚਰਨਾਂ ਵਿੱਚ ਵਾਸਾ ਬਖਸ਼ਣ। ਤੋ ਮਹਾਰਾਜ ਕਹਿੰਦੇ ਨੇ ਹਰ ਅੰਤ ਛਡਾਵਣ ਹਰ, ਉਹਦੇ ਭਜਨ ਸਿਮਰਨ ਦਾ ਇਲਾਭ ਹੈ ਕਿ ਅੰਤ ਨੂੰ ਮੌਤ ਦੇ ਦੁੱਖਾਂ ਤੋਂ, ਯਮਾਂ ਤੋਂ ਛੁਡਾ ਲੈਂਦਾ ਹੈ। ਜਾ ਕੇ ਹਿਰਦੇ ਬਸਿਆ ਮੇਰਾ ਹਰ ਹਰ, ਤਿਸ ਜਨ ਕੋ ਕਰਹੁ ਨਮਸਕਾਰ। ਜਿਸ ਗੁਰਮੁਖ ਜਨ ਦੇ ਹਿਰਦੇ ਵਿੱਚ, ਚਿੱਤ ਦੇ ਵਿੱਚ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਮੇਰਾ ਪਿਆਰਾ ਪਰਮੇਸ਼ਰ ਵਸਿਆ ਹੈ, ਮੇਰੇ ਮਨਾ ਉਸ ਗੁਰਮੁਖ ਨੂੰ ਤੂੰ ਨਮਸਕਾਰਾਂ ਕਰਦਾ ਰਹੋ। ਹਰ ਕਿਰਪਾ ਤੇ ਪਾਈ ਹੈ ਹਰ ਜਪ, ਹਰੀ ਦੀ ਕਿਰਪਾ ਤੋਂ ਹੀ ਹਰੀ ਦਾ ਜਾਪ ਗੁਰਾਂ ਦੁਆਰੇ ਪਾਈਦਾ ਹੈ। ਨਾਨਕ ਨਾਮ ਆਧਾਰਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇਸ ਕਰਕੇ ਸਾਰੇ ਪਰਮੇਸ਼ਰ ਦੇ ਨਾਮ ਦਾ ਹਿਰਦੇ ਵਿੱਚ ਆਸਰਾ ਲਈਏ। ਅਗਲਾ ਸ਼ਬਦ ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ। ਇਹ ਮੇਰਿਆ ਮਨਾ, ਜੋ ਜਪਣੇ ਯੋਗ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਨਾਮ ਲਗਾਤਾਰ ਡੇਲੀ ਨਿਤ ਉੱਠ ਕੇ ਧਿਆਈਏ। ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਭਲਕੇ ਦਾ ਮਤਲਬ ਹੈ ਡੇਲੀ, ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਉਦਮ ਕਰੇ। ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਸਭ ਕਿਲ ਵਿਖ ਬਾਪ ਦੋਖ ਲੈ ਚਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਡੇਲੀ ਦਾ ਨਿਤਨੇਮ ਹੈ। ਜੋ ਇੱਛਾ ਸੋਈ ਫਲ ਪਾਵੈ। ਫਿਰ ਧਰਮ ਅਰਥ ਕਾਮ ਮੋਖ ਆਦਿਕ, ਜੋ ਵੀ ਤੂੰ ਚਾਹੁਣਾ ਕਰੇਂਗਾ ਉਹੀ ਫਲ ਗੁਰਾਂ ਦੇ ਪਾਸੋਂ ਪਾ ਲਵੇਂਗਾ। ਫਿਰ ਦੁੱਖ ਨਾ ਲੱਗੇ ਆਏ ਰਹਾਓ। ਮੁੜ ਕੇ ਤੈਨੂੰ ਜੰਮਣ ਮਰਨ ਦਾ ਦੁੱਖ ਆ ਕੇ ਨਹੀਂ ਲੱਗੇਗਾ, ਭਾਵ ਤੋਂ ਮੁਕਤ ਹੋ ਜਾਏਗਾ। ਪਰ ਸੋ ਜਪ ਸੋ ਤਪ ਸਾ ਅੰਮ੍ਰਿਤ ਪੂਜਾ, ਉਹੀ ਬਾਣੀ ਦਾ ਜਾਪ ਸਫਲ ਹੈ। ਉਹੀ ਸਰੀਰ ਕਰਕੇ ਤਪ ਕੀਤਾ ਚੰਗਾ। ਉਹੀ ਭੁੱਖੇ ਤੇ ਆਏ ਰਹਿ ਕੇ ਵਰਤ ਰੱਖਣਾ ਚੰਗਾ। ਜਿਤ ਹਰ ਸਿਉ ਪ੍ਰੀਤ ਲਗਾਏ, ਉਹੀ ਪੂਜਾ ਮਨ ਕਰਕੇ ਪੂਜਣਾ ਅੱਛਾ ਹੈ, ਜਿਸ ਕਰਕੇ ਵਾਹਿਗੁਰੂ ਦੇ ਨਾਲ ਪ੍ਰੀਤੀ ਲੱਗ ਜਾਵੇ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ। ਹਰੀ ਪਰਮੇਸ਼ਰ ਦੀ ਪ੍ਰੀਤੀ ਤੋਂ ਬਿਨਾਂ ਹੋਰ ਪਦਾਰਥਾਂ ਦੀ ਪ੍ਰੀਤੀ ਲੱਗਣ ਸਭ ਝੂਠੀ ਹੈ। ਕਿਉਂਕਿ ਇੱਕ ਖਿਣ ਮੈਂ ਬਿਸਰ ਸਭ ਜਾਏ। ਮਰਨ ਵੇਲੇ ਇੱਕ ਖਿਣ ਦੇ ਵਿੱਚ ਹੀ ਸਾਰੇ ਪਦਾਰਥ ਭੁੱਲ ਜਾਂਦੇ ਨੇ, ਜਾਂ ਇੱਕ ਖਿਣ ਦੇ ਵਿੱਚ ਹੀ ਸਾਰੇ ਪਦਾਰਥ ਵਿਛੜ ਜਾਂਦੇ ਨੇ। ਇਸ ਲਈ ਇੰਝ ਬੇਨਤੀਆਂ ਕਰੀਏ, ਤੂੰ ਬੇਅੰਤ ਸਰਬ ਕਲ ਪੂਰਾ। ਇਹ ਪਰਮੇਸ਼ਰ ਤੂੰ ਅੰਤ ਤੋਂ ਰਹਿਤ ਸਾਰੀਆਂ ਸ਼ਕਤੀਆਂ ਕਰਕੇ ਪਰਿਪੂਰਨ ਹੈ। ਕਿਸ ਕੀਮਤ ਕਹੀ ਨਾ ਜਾਏ। ਮੇਰੇ ਪਾਸੋਂ ਤੇਰੀ ਥੋੜ੍ਹੇ ਮਾਤਰ ਵੀ ਕੀਮਤ ਕਹੀ ਨਹੀਂ ਜਾ ਸਕਦੀ, ਜਾਂ ਤੇਰੇ ਗੁਣਾਂ ਦਾ ਮੁੱਲ ਨਹੀਂ ਕਿਹਾ ਜਾ ਸਕਦਾ। ਨਾਨਕ ਸਰਨ ਤੁਮਹਾਰੀ ਹਰ ਜੀਓ, ਭਾਵੈ ਤਵੈ ਛਡਾਏ। ਸਤਿਗੁਰੂ ਸਾਹਿਬ ਜੀ ਫਰਮਾਉਂਦੇ, ਹੇ ਪਰਮੇਸ਼ਰ ਜੀ, ਮੈਂ ਤੁਹਾਡੀ ਓਟ ਵਿੱਚ ਆਇਆ।
ਜਿਵੇਂ ਤੁਹਾਨੂੰ ਭਾਉਂਦਾ ਤਿਵੇਂ ਮੈਨੂੰ ਸੰਸਾਰੀ ਪਦਾਰਥਾਂ ਦੀ ਪ੍ਰੀਤੀ ਦੇ ਬੰਧਨਾਂ ਤੋਂ ਛੁਡਾ ਲਵੋ, ਜਾਂ ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾ ਲਵੋ ਜੀ। ਆਖਰੀ ਸ਼ਬਦ ਪਹਿਲੇ ਭਾਗ ਦਾ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਸੰਚੀ ਸੰਪੂਰਨ ਹੁੰਦੀ ਹੈ। ਰਾਗ ਬੈਰਾੜੀ ਮਹੱਲਾ ਪੰਜਵਾ, ਇੱਕੋ ਹੀ ਸ਼ਬਦ ਬੈਰਾੜੀ ਰਾਗ ਦੇ ਵਿੱਚ ਇੱਥੇ ਪੰਜਵੇਂ ਪਾਤਸ਼ਾਹ ਦਾ ਹੈ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਸਤਿਗੁਰੂ ਜੀ ਉਚਾਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੰਗਲ ਕਰਕੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਰਹਾਓ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਜਦੋਂ ਵੀ ਰਾਗੀ ਸੰਕੀਰਤਨ ਸੰਪੂਰਨ ਕਰਦੇ ਨੇ, ਇਹ ਸ਼ਬਦ ਉਹ ਸਮਾਪਤੀ 'ਤੇ ਪੜ੍ਹਦੇ ਨੇ, ਕਿਉਂਕਿ ਮਹਾਰਾਜ ਨੇ ਪਹਿਲੇ ਭਾਗ ਦੀ ਸਮਾਪਤੀ 'ਤੇ ਲਿਖਿਆ ਕਿ ਹੇ ਗੁਰਮੁਖ ਪਿਆਰਿਓ, ਜਿਨ੍ਹਾਂ ਪੁਰਖਾਂ ਨੇ ਸੰਤਾਂ ਜਨਾਂ ਦੀ ਸੰਗਤ 'ਚ ਮਿਲ ਕੇ ਹਰੀ ਪਰਮੇਸ਼ਰ ਦੇ ਕੀਰਤਨ ਨੂੰ ਗਾਇਆ, ਉਹਨਾਂ ਨੇ ਆਪ ਦੇ ਕਰੋੜਾਂ ਜਨਮਾਂ ਦੇ ਕਾਮ ਮਾਤਕ ਦੇ ਦੁੱਖ ਗਵਾ ਲਏ। ਫਿਰ ਜੋ ਚਾਹਤ ਸੋਈ ਮਨ ਪਾਇਓ। ਜੋ ਪਰਮੇਸ਼ਰ ਦੇ ਪਿਆਰੇ ਧਰਮ ਅਰਥ ਕਾਮ ਮੋਖ ਆਦਿਕ ਚਾਹੁੰਦੇ ਸਨ, ਉਹੀ ਮਨ ਨਿਸ਼ਚਿਤ ਫਲਾਂ ਨੂੰ ਉਹਨਾਂ ਨੇ ਪਾ ਲਿਆ, ਕਿਉਂਕਿ ਕਰ ਕਿਰਪਾ ਹਰ ਨਾਮ ਦਿਵਾਇਓ। ਉਹਨਾਂ ਦੇ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਸਤਿਗੁਰਾਂ ਦੇ ਪਾਸੋਂ ਆਪ ਦਾ ਅੰਮ੍ਰਿਤ ਰੂਪ ਹਰੀ ਨਾਮ ਦਿਵਾਇਆ ਹੈ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਉਹਨਾਂ ਨੂੰ ਸਾਰੇ ਸੁੱਖ ਵਡਿਆਈਆਂ ਪਰਮੇਸ਼ਰ ਦੇ ਨਾਮ ਜਪਣ ਕਰਕੇ ਮਿਲੀਆਂ ਨੇ। ਪਰਮੇਸ਼ਰ ਦੀ ਨਾਮ ਵਡਿਆਈ ਕਰਕੇ ਸਾਰੇ ਸੁੱਖ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਕਥਨ ਕਰਦੇ ਕਿ ਉਹਨਾਂ ਨੇ ਨਾਮ ਸਿਮਰਨ ਵਾਲੀ ਬੁੱਧੀ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਕੀਤੀ ਹੈ। ਇੱਥੇ ਕੱਲ੍ਹ ਸੰਪੂਰਨਤਾ ਹੋਈ ਸੀ। ਕੁਛ ਕਾਲੀ ਕਾਲੀ ਅਰਥ ਕੀਤੇ ਸਨ, ਇਸ ਕਰਕੇ ਢਿੱਡ ਨਹੀਂ ਸੀ ਭਰਿਆ। ਕੁਝ ਲੈਟ 2 ਵਾਰੀ ਝਮੱਕੇ ਮਾਰੇ ਤੇ ਉਹ ਵਿਘਨ ਜਿਹਾ ਪਿਆ, ਇਸ ਲਈ ਇਕਾਗਰਤਾ ਦੇ ਵਿੱਚ ਫਰਕ ਪਿਆ। ਇਸ ਲਈ ਦੁਬਾਰਾ ਤੋਂ ਇਹਨਾਂ ਸ਼ਬਦਾਂ ਦੇ ਟੂਕ ਮਾਤਰ ਦਰਸ਼ਨ ਮਾਤਰ ਆਪ ਦੀ ਸੇਵਾ ਦੇ ਵਿੱਚ ਅਰਥ ਸਾਂਝੇ ਕੀਤੇ ਹਨ। ਆਓ ਹੁਣ ਨਵਾਂ ਭਾਗ ਪ੍ਰਾਰੰਭ ਹੋ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਦੂਜੀ ਸੰਚੀ ਜਿਸ ਰਾਗ ਤੋਂ ਪ੍ਰਾਰੰਭ ਹੁੰਦੀ ਹੈ, ਰਾਗ ਤਿਲੰਗ। ਇਹਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਵਰਤਾ ਰਹੇ ਨੇ। ਪਿਆਰ ਸਤਿਕਾਰ ਦੇ ਨਾਲ ਇੱਕ ਵਾਰ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਗ ਤਿਲੰਗ ਪ੍ਰਸਿੱਧ ਅਤੇ ਮਨੋਹਰ ਸੁੰਦਰ ਰਾਗ ਹੈ। ਇਸ ਰਾਗ ਦਾ ਮਧੁਰ ਸੁਰਾਤਮਕ ਸਰੂਪ ਲੋਕ ਸੰਗੀਤ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਦੇ ਵਿੱਚ ਬਹੁਤ ਹੀ ਪਿਆਰਾ ਹੈ। ਇਸ ਰਾਗ ਦੇ ਵਿੱਚ ਨੀ ਕੋਮਲ ਅਤੇ ਨੀ ਸ਼ੁੱਧ ਦੋਵੇਂ ਹੀ ਸੁਰਾਂ ਪ੍ਰਯੋਗ ਕੀਤੀਆਂ ਜਾਂਦੀਆਂ ਨੇ ਅਤੇ ਰੇ ਅਤੇ ਧਾ ਨੂੰ ਪੂਰਨ ਰੂਪ ਦੇ ਵਿੱਚ ਵਰਜਿਤ ਕੀਤਾ ਜਾਂਦਾ ਹੈ। ਨੀ ਕੋਮਲ ਪਾ ਗਾ ਮਾ ਗਾ ਵਿਸ਼ੇਸ਼ ਸੁਰ ਸੰਗਤੀਆਂ ਹਨ ਜੋ ਇਸ ਰਾਗ ਦਾ ਸਰੂਪ ਸਥਾਪਿਤ ਕਰਨ ਵਿੱਚ ਸਹਾਈ ਹੁੰਦੇ ਨੇ। ਇਹਦਾ ਵਾਦੀ ਗਾ ਹੈ
ਤੇ ਸਮਾਧੀ ਨੀ ਹੈ। ਥਾਟ ਇਹਦਾ ਖਮਾਜ ਹੈ। ਥਾਟ ਦਾ ਭਾਵ ਜਿਹਦੇ ਵਿੱਚੋਂ ਰਾਗ ਦੀ ਪੈਦਾਇਸ਼ ਹੋਈ ਹੋਵੇ। ਜਿਵੇਂ ਸਾਡੀ ਕੁਲ ਹੁੰਦੀ ਹੈ, ਇਉਂ ਇਹਦੇ ਖਮਾਜ ਕੁਲ ਦੇ ਵਿੱਚੋਂ ਪੈਦਾ ਹੋਇਆ। ਇਹਦਾ ਥਾਟ ਖਮਾਜ ਹੈ ਅਤੇ ਇਹਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ ਗਾਉਣ ਦਾ। ਜਿਹੜੀ ਜਾਤ ਹੈ ਔੜਵ ਔੜ ਹੈ, ਪਰ 5 ਸੁਰਾਂ ਜਾਂਦਿਆਂ ਲੱਗਦੀਆਂ, 5 ਹੀ ਆਉਂਦਿਆਂ ਲੱਗਦੀਆਂ। ਪਰ ਰੋਜ਼ ਜਾਂਦਿਆਂ ਸਾ ਗਾ ਮਾਂ ਪਾ ਨੀ ਸਾ, ਅਤੇ ਆਉਂਦਿਆਂ ਅਵਰੋ ਸਾ ਨੀ ਕੋਮਲ ਸਾ ਨੀ ਪਾ ਮਾਂਗਾ ਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗਮਾਲਾ ਬਾਣੀ ਵਿੱਚ ਤਿਲੰਗ ਰਾਗ ਨੂੰ ਹਿੰਡੋਲ ਦੀ ਰਾਗਣੀ ਕਰਕੇ ਲਿਖਿਆ। ਸਤਿਗੁਰੂ ਜੀ ਦਾ ਫਰਮਾਨ ਹੈ, ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਧਰਮ ਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪੰਜੋਂ ਅਰਜਾ। ਭਾਈ ਵੀਰ ਸਿੰਘ ਸਾਹਿਬ ਜੀ ਨੇ ਗੁਰਮਤਿ ਸੰਗੀਤ ਦੇ ਵਿੱਚ ਇਹਨੂੰ ਹਿੰਡੋਲ ਦੀ ਹੀ ਰਾਗਣੀ ਲਿਖਿਆ, ਜੋ ਸਿਆਮ ਗੌੜੀ ਅਤੇ ਪੂਰਬੀ ਦੇ ਮੇਲ ਤੋਂ ਬਣਦੀ ਹੈ। ਹਿੰਡੋਲ ਦੀ ਛਾਇਆ ਸਮੇਤ ਹੈ, ਪਰੰਤੂ ਹੋਰਨਾਂ ਮੱਤਾਂ ਵਿੱਚ ਅਤੇ ਸੁਰ ਤਾਲ ਸਮੂਹ ਦੇ ਵਿੱਚ ਮੇਘ ਰਾਗ ਦੀ ਰਾਗਣੀ ਲਿਖੀ ਹੈ। ਉਹਨੂੰ ਤਨਕ ਵੀ ਕਹਿੰਦੇ, ਮੇਲ ਵੀ ਹੋ ਰਹੀ ਹੈ। ਸਰਦਾਰ ਕਾਹਨ ਸਿੰਘ ਜੀ ਨਾਭਾ, ਉਹਨਾਂ ਨੇ ਮਹਾਨ ਕੋਸ਼ ਦੇ ਵਿੱਚ ਤਿਲੰਗ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਤ੍ਰਿਕਲਿੰਗ ਅਤੇ ਤ੍ਰਿਲਿੰਗ ਆਇਆ ਵੀ ਦੱਸਿਆ। ਇੱਕ ਦੱਖਣੀ ਦੇਸ਼ ਜੋ ਸ਼੍ਰੀ ਸ਼ੈਲ ਤੋਂ ਚੋਲ ਰਾਜੇ ਦੇ ਮੱਧ ਤੀਕ ਹੈ, ਇਸ ਨਾਮ ਦਾ ਕਾਰਨ ਇਹ ਹੈ ਕਿ ਇਸ ਵਿੱਚ ਸ਼੍ਰੀ ਸ਼ੈਲ, ਕਾਲੇਸ਼ਵਰ ਅਤੇ ਭੀਮੇਸ਼ਵਰ ਨਾਮਕ 3 ਪਹਾੜ ਨੇ, ਜਿਨ੍ਹਾਂ ਉੱਪਰ 3 ਸ਼ਿਵਲਿੰਗ ਨੇ। ਇਹ ਬਿਲਾਵਲ ਠਾਠ ਦਾ ਇੱਕ ਔੜਵ ਰਾਗ ਹੈ। ਇਹਦੇ ਵਿੱਚ ਰੇ ਅਤੇ ਧਾ ਵਰਜਿਤ ਨੇ, ਬਾਕੀ ਸਾਰੇ ਸ਼ੁੱਧ ਸੁਰ ਨੇ। ਨੀ ਅਤੇ ਪੰਚਮ ਦੀ ਇਸ ਵਿੱਚ ਸੰਗਤ ਹੈ। ਵਾਦੀ ਸੁਰ ਗਾ ਅਤੇ ਸਮਾਧੀ ਨੀ ਹੈ। ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੀ ਲਿਖਿਆ ਮਾਨਕੋਸ਼ ਅਨੁਸਾਰ। ਮਾਨਕੋਸ਼ ਦੇ ਵਿੱਚ ਸਾ ਗਾ ਮਾਂ ਪਾ ਨੀ ਸਾ, ਇਹ ਅਵਰੋਹ ਹੈ, ਅਤੇ ਅਵਰੋਹ ਸਾ ਨੀ ਪਾ ਮਾਂਗਾ ਸਾ, ਇਹ ਅਵਰੋਹ ਹੈ। ਕਿੰਨਿਆਂ ਨੇ ਇਹਦੇ ਵਿੱਚ ਤੈਵਤ ਸੁਰ ਲਾ ਕੇ ਛਾੜ ਮੰਨਿਆ। ਇਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਦੀ ਗੁਰਬਾਣੀ ਦਰਜ ਹੈ। ਇਸ ਤੋਂ ਉਪਰੰਤ ਭਗਤ ਕਬੀਰ ਜੀ, ਰਵਿਦਾਸ ਜੀ ਦੀ ਬਾਣੀ ਅੰਗਤ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਦਾ 14ਵਾਂ ਸਥਾਨ ਹੈ। ਸੋ ਗੁਰੂ ਜੀ ਮਹਾਰਾਜ ਤਿਲੰਗ ਰੰਗ ਦੇ ਅੰਦਰ ਪਹਿਲੇ ਸੁਰਤਾਲ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਹੈ। ਮਹਾ ਮੰਤਰ ਉਚਾਰਨ ਕਰਕੇ ਮੰਗਲ ਕਰ ਰਹੇ ਹਨ। ਪਹਿਲੇ ਸੁਰਤਾਲ ਦੇ ਵਿੱਚ ਸ਼ਬਦ ਉਚਾਰ ਰਹੇ ਨੇ, ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਨਾਸ਼ ਤੋਂ ਰਹਿਤ ਪ੍ਰਸਿੱਧ, ਸਾਰੀ ਸ੍ਰਿਸ਼ਟੀ ਦਾ ਕਰਤਾ, ਸਭ ਥਾਵਾਂ ਦੇ ਵਿੱਚ ਪਰਿਪੂਰਨ ਹੈ। ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ,
काल तू रहत ओदी हस्ती है, जूना तू रहत है, सुते प्रकाश रूप है। मतलब ना तत है ना मत है, ना जात है ना पत है, ना कोई ओदी माँ है ते ना कोई ओदा प्यो है, ना कोई ओदी जात है ते ना ही पात है। वो खुद बखुद आप दे आप तो पैदा होया है। हर गुर चेतन स्वरूप ते प्रसाद आनंद स्वरूप है। या ऐसे विशेषणों वाला परमेश्वर जे ਉਹਦੇ दर्शन करने होण ਤਾਂ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰੂ ਪੂਰਾ ਹੋਣਾ ਚਾਹੀਦਾ ਹੈ ਜਿਹੜਾ ਆਪ ਮਿਲਿਆ ਹੋਵੇ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੀ ਹਨ ਜਿਨ੍ਹਾਂ ਦੇ ਦੁਆਰਾ ਪੂਰਾ ਪ੍ਰਭ ਆਰਾਧਿਆ। पूरा जाका नाओ नानक पूरा पाया, पूरे के गुण गाओ। साध संगत जीओ, ये पावन शब्द ही जो उथान का है, जिमें इस शब्द नूं उचारण करन दा सबब बनिया वो श्री गुरु नानक प्रकाश ग्रंथ दे विच कवि भाई संतोख सिंह जी ने बहुत ही सुंदर साखी लिखी है कि जिस समय श्री गुरु नानक देव महाराज ने बाल उम्र दे विच पांधे नूं ब्रह्म ज्ञान करा के निहाल कीता, गोपाल पांधा, तां पांधे ने पिता बाबा कल्याण चंद जी नूं इंज किया, दोहरा सुत को सुत नह जानियो। ये मेहता कालो जी, तू इनू आपदे पुत्र नू अपना पुत्र ही ना जानी है। किह को अवतार, ये तो इयों प्रतीत होंदा है कि कोई अवतारी महापुरख है। बिना पढ़े ही पढ़ रहे हो, ये बिना ही पढ़ाउण तो आप दे आप ही सारी पढ़ाई पढ़ रही है। इनू सारा कुछ आउंदा, जो मर्जी सुन लो। सबन पढ़ावण हार सगवां के, ये होर ना सारियां नूं भी पढ़ाउण वाला है। ये बाबा कल्याण चंद जी सो इन पढ़ने के परो ना ख्याला, तू इन्हां दे पढ़ाउण दे ख्याल दे विच ना बह छड्ड दे। तो ये पढ़ाउण दा ख्याल ना कर, ये तो दूजिआं नूं पढ़ाउण वाला है। ये तो कल मैनूं पढ़ा के गया, बड़ा सोहना मैनूं उपदेश दिता इन्हें। जाल मोह कस मस कर, मत कागद कर सार, भाओ कलम कर चित लेखारी, गुर पुछ लिख विचार। लिख नाम सालाह लिख, लिख अंत न पारावार। बाबा इहो लेखा लिख जान, जिथे लेखा मंगी है तिथे होई सच्चा निशान। ये श्री राग दे शब्द उचारिया। इंज विचार करके बाबा कल्याण चंद जी कुछ टाइम तो टिके रहे। मुड़ के फिर सतगुरु जी ने ये उपर माया का प्रभाव पाया। सोचिया मन इन्हों फारसी पढ़ा दईए। कहते चल पुत्र तू पांधे कोल तां पढ़िया नहीं, चल मैं तेनों काजी को मुल्लां दे कोल छड्ड आवां। काजी हुंदे ने न्याय करन वाले, जिवें अजकल दे जिवें जज ने मुसलमानां दे विच काजी न्याय करदे सी। काजी होए कै बह न्याय। ते जिहड़े मुल्ला हुंदे ने वो बच्चे पढ़ाउण वालियां नूं कहिंदे ने, जो मसीतां दे विच पढ़ाउंदे हुंदे मदरसियां दे विच। कहंदे चल तैनूं मुल्लां दे कोल फारसी पढ़ाउण लई
ਇਹਦਾ ਨਾਂ ਨੂਰਦੀਨ ਜਾਂ ਕੁਤਬਦੀਨ ਵੀ ਆਇਆ। ਚੱਲ ਤੈਨੂੰ ਮੈਂ ਉਹਦੇ ਕੋਲ ਲੈ ਕੇ ਜਾਵਾਂ। ਬਾਂਹ ਤੋਂ ਫੜਿਆ ਤੇ ਉਂਗਲ ਲਾ ਕੇ ਨੂਰਦੀਨ ਕਾਜੀ ਦੇ ਕੋਲ, ਮੁੱਲਾਂ ਦੇ ਕੋਲ ਆ ਗਏ, ਜਿੱਥੇ ਛੋਟੇ ਛੋਟੇ ਬੱਚੇ ਫਾਰਸੀ ਦੀ ਵਿਦਿਆ ਪੜ੍ਹ ਰਹੇ ਸਨ। ਬਾਬਾ ਜੀ ਨੇ ਮੁਲਾਣੀ ਨੂੰ ਕਿਹਾ ਕਿ ਮੈਂ ਆਪਦੇ ਪੁੱਤਰ ਨੂੰ ਪੜ੍ਹਾਉਣ ਲਈ ਤੁਹਾਡੇ ਪਾਸ ਲੈ ਕੇ ਆਇਆ, ਕੋਈ ਚੰਗਾ ਦਿਨ ਦੱਸੋ ਜਿਸ ਦਿਨ ਮੈਂ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਪੜ੍ਹਨ ਲਈ ਭੇਜਾਂ। ਤਦ ਮੁੱਲਾ ਕਹਿਣ ਲੱਗਾ ਕਿ ਕੱਲ੍ਹ ਦਾ ਦਿਨ ਬਹੁਤ ਚੰਗਾ ਹੈ, ਤੁਸੀਂ ਸਵੇਰੇ ਹੀ ਪੜ੍ਹਨ ਲਈ ਭੇਜ ਦੇਵੋ। ਤਦੋਂ ਮਹਿਤਾ ਕਾਲੂ ਜੀ ਸਤਿਗੁਰੂ ਜੀ ਨੂੰ ਵਾਪਸ ਲੈ ਆਏ ਅਤੇ ਸਵੇਰੇ ਫਿਰ ਤਿਆਰ ਕਰਕੇ ਮੌਲਵੀ ਦੇ ਕੋਲ ਲੈ ਕੇ ਗਏ ਅਤੇ ਕੁਝ ਕੁ ਮਠਿਆਈ ਅਤੇ 1 ਰੁਪਈਆ ਮੌਲਵੀ ਨੂੰ ਦਸ਼ਨਾ ਦਿੱਤੀ ਅਤੇ ਫਿਰ ਆਪ ਵਾਪਸ ਆ ਗਏ। ਤਦੋਂ ਮੌਲਵੀ ਨੇ ਬੜੇ ਪ੍ਰੇਮ ਨਾਲ ਸਤਿਗੁਰਾਂ ਨੂੰ ਫਾਰਸੀ ਦੇ ਅਲਫ, ਬੇ, ਪੇ, ਤੇ, ਟੇ, ਸੇ, ਹੇ, ਗੇ, ਕੇ ਇਤਿਆਦਿਕ ਅੱਖਰ ਲਿਖਣ ਲਈ ਕਿਹਾ। ਇੱਧਰ ਮੌਲਵੀ ਨੂੰ ਤਾਂ ਕਹਿਣ ਲਈ ਕੁਝ ਦੇਰ ਲੱਗੀ, ਪਰ ਸਤਿਗੁਰੂ ਜੀ ਉਹਦੇ ਕਹਿਣ ਤੋਂ ਪਹਿਲਾਂ ਹੀ ਬੋਲੀ ਗਏ। ਸਾਰਾ ਕੁਛ ਹੀ ਮਹਾਰਾਜ ਨੇ ਪਹਿਲੇ ਦਿਨ ਹੀ ਉਹਨੂੰ ਸੁਣਾਤਾ। ਜਿਹੜਾ ਗੋਪਾਲ ਪਾਂਧਾ ਸੀਗਾ ਉਹਦੇ ਕੋਲ ਤਾਂ ਪਹਿਲੇ ਦਿਨ ਪੜ੍ਹੇ ਅਤੇ ਦੂਜੇ ਦਿਨ ਉਹਨੂੰ ਪੜ੍ਹਾਇਆ। ਇਹ ਮੁੱਲਾਂ ਦੇ ਕੋਲ ਇੱਕ ਦਿਨ ਵੀ ਮਹਾਰਾਜ ਨਹੀਂ ਪੜ੍ਹੇ। ਜਾਂਦਿਆਂ ਸਾਰੀ ਜ਼ਬਾਨੀ ਸਾਰੀ ਫਾਰਸੀ ਸੁਣਾ ਕੇ ਉਹਨੂੰ ਖੁਸ਼ ਕਰਤਾ ਅਤੇ ਫਿਰ ਉਹਨੂੰ ਉਪਦੇਸ਼ ਦਿੱਤਾ। ਉਹ ਬਹੁਤ ਹੈਰਾਨ ਹੋਇਆ, ਸੋਚਿਆ ਕਿ ਕੋਈ ਮਨੁੱਖ ਦਾ ਕੰਮ ਨਹੀਂ ਹੈ, ਇਹ ਤਾਂ ਕੋਈ ਔਲੀਆ ਜਾਂ ਅਵਤਾਰ ਜਾਪਦਾ। ਲੋਕਾਂ ਨੂੰ ਪਤਾ ਲੱਗਣ ਤੋਂ ਬਹੁਤ ਸਾਰੇ ਲੋਕ ਸਤਿਗੁਰਾਂ ਨੂੰ ਫਾਰਸੀ ਪੜ੍ਹਦਿਆਂ ਹੋਇਆਂ ਨੂੰ ਆ ਕੇ ਵੇਖਦੇ ਅਤੇ ਖੁਸ਼ ਹੁੰਦੇ ਕਿ ਬਾਬਾ ਕਲਿਆਣ ਚੰਦ ਜੀ ਦਾ ਛੋਟਾ ਜਿਹਾ ਸਪੁੱਤਰ ਜਦੋਂ ਪਾਂਧੇ ਕੋਲ ਗਏ ਉਦੋਂ 5 ਸਾਲ ਦੀ ਉਮਰ ਸੀਗੀ ਅਤੇ ਅੱਜ ਮਹਾਰਾਜ ਦੀ ਉਮਰ 7 ਸਾਲ ਦੀ ਆ। ਜਦ ਉਹਨੂੰ ਫਾਰਸੀ ਪੜ੍ਹ ਰਹੇ ਨੇ, 7 ਸਾਲ ਦਾ ਬੱਚਾ ਕੀ ਹੁੰਦਾ। ਇੰਝ ਸਤਿਗੁਰੂ ਜੀ ਕੁਝ ਸਮਾਂ ਪੜ੍ਹਦੇ ਰਹੇ। ਫਿਰ ਆਪ ਦੇ ਸੁਭਾਅ ਨੂੰ ਮਹਾਰਾਜ ਨੇ ਬਦਲਿਆ ਅਤੇ ਮਸਤ ਜਿਹੇ ਹੋ ਕੇ ਪਿੰਡ ਤੋਂ ਬਾਹਰ ਬ੍ਰਿਕਸ਼ ਦੇ ਹੇਠਾਂ ਜਾ ਕੇ ਸਰੀਰ ਉੱਪਰ ਬਸਤਰ ਲੈ ਕੇ ਪਏ ਰਹਿੰਦੇ। ਜੇ ਕੋਈ ਮਨੁੱਖ ਆ ਕੇ ਗੱਲਬਾਤ ਕਰਦਾ ਤਾਂ ਵੀ ਚੁੱਪ ਰਹਿੰਦੇ। ਉਸ ਸਮੇਂ ਬਾਬਾ ਕਲਿਆਣ ਚੰਦ ਜੀ ਦੇ ਮਨ ਦੇ ਵਿੱਚ ਬੜਾ ਦੁੱਖ ਲੱਗਾ। ਮੁੱਲਾਂ ਦੇ ਪਾਸ ਆਏ, ਕਿਹਾ ਕਿ ਤੁਸੀਂ ਕਿਹੋ ਜਿਹੀ ਮੇਰੇ ਪੁੱਤ ਨੂੰ ਪੜ੍ਹਾਈ ਹੈ ਜੋ ਮੇਰਾ ਪੁੱਤਰ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਕਰਦਾ। ਮਸਤ ਹੋ ਕੇ ਲੰਮੇ ਪਿਆ ਰਹਿੰਦਾ। ਸੁਣ ਕੇ ਮੌਲਵੀ ਜੀ ਅਤੇ ਹੋਰ ਵੀ ਸਿਆਣੇ ਸਿਆਣੇ ਮਨੁੱਖ ਸਤਿਗੁਰਾਂ ਦੇ ਕੋਲ ਆਏ। ਮੌਲਵੀ ਜੀ ਨੇ ਅਰਜ਼ ਕੀਤੀ ਕਿ ਤੁਹਾਡੇ ਉੱਪਰ ਤਾਂ ਪਰਵਤਗਾਰ ਦੀ ਅਪਾਰ ਮਿਹਰ ਹੈ, ਤੁਹਾਡੀ ਬੁੱਧ ਬਹੁਤ ਉਜਲ ਹੈ, ਤੁਹਾਡੀ ਬੋਲੀ ਵੀ ਬਹੁਤ ਮਿੱਠੀ ਅਤੇ ਪਿਆਰ ਵਾਲੀ ਹੈ, ਤੁਹਾਡਾ ਬਹੁਤ ਚੰਗਾ ਸੁਭਾਅ ਅਤੇ ਸਾਰਿਆਂ ਨਾਲ ਪ੍ਰੇਮ ਕਰਦੇ ਹੋ, ਫਿਰ ਤੁਹਾਡੇ ਚੁੱਪ ਹੋਣ ਦਾ ਕੀ ਕਾਰਨ। ਤੁਹਾਡੇ ਪਿਤਾ ਨੇ ਮੈਂ ਤੁਹਾਡੇ ਵੱਲ ਵੇਖ ਕੇ ਘਰ-ਬਾਰ ਦੀ ਸਾਰੀ ਸੁੱਧ ਖਬਰ ਗਵਾਈ ਹੋਈ ਹੈ। ਸਤਿਗੁਰੂ ਜੀ ਫਿਰ ਵੀ ਚੁੱਪ ਰਹੇ। ਮੁੱਲਾ ਨੇ ਫਿਰ ਕਿਹਾ ਕਿ ਜਿੰਨੇ ਵੀ ਮਨੁੱਖ ਤੁਹਾਡੇ ਪਾਸ ਆਏ ਨੇ ਉਹਨਾਂ ਦੇ ਮਨ ਵਿੱਚ ਤੁਹਾਡੇ ਬਚਨ ਸੁਣਨ ਦੀ ਇੱਛਾ ਹੈ। ਮੇਰਾ ਵੀ ਚਿੱਤ ਕਰਦਾ, ਮੈਂ ਦਿਲੋਂ ਚਾਹੁੰਦਾ ਕਿ ਕੋਈ ਆਪ ਸ਼ੁਭ ਬਚਨ ਬੋਲੋ। ਖੁਦਾ ਦੇ ਵਾਸਤੇ ਇੱਕ ਵਾਰ ਉੱਠ ਕੇ ਜ਼ਰੂਰ ਬਚਨ ਬੋਲੋ। ਇੰਝ ਜਦ ਮੌਲਵੀ ਨੇ ਖੁਦਾ ਦਾ ਵਾਸਤਾ ਪਾਇਆ ਤਾਂ ਸਤਿਗੁਰੂ ਜੀ ਉਸੇ ਵਕਤ ਉੱਠ ਕੇ ਬੈਠ ਗਏ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਸੰਦੋਖ ਸਿੰਘ ਜੀ ਲਿਖਦੇ ਨੇ, ਅਡਿਲ ਮੁੱਲਾਂ ਕੀ ਸੁਣ ਬੈਣ ਦੀਨ ਅਤ ਜੋ ਭਇਓ। ਮੁੱਲਾਂ ਦੇ ਬੜੇ ਨਿਮਰਤਾ ਅਧੀਨਤਾ ਵਾਲੇ ਬਚਨ ਜਦ ਗੁਰਾਂ ਨੇ ਸੁਣੇ, ਬਹੁਰੋ ਹੇਤ ਖੁਦਾਏ ਨਾਮ ਮੁਖ ਤੇ ਕਹਿਓ। ਫਿਰ ਖੁਦਾ ਦਾ ਵਾਸਤਾ ਇੰਜ ਬਚਨ ਉਹਨੇ ਆਪਣੇ ਮੂੰਹ ਤੋਂ ਆਖੇ, ਦੋਨੋਂ ਚਸ਼ਮ ਕੁਸ਼ਾਦ ਨਿਸ਼ਸਤ ਸਾਹਮਣੇ। ਤਾਂ ਦੋਨੇ ਨੇਤਰ ਸਤਿਗੁਰੂ ਜੀ ਮਹਾਰਾਜ ਨੇ ਮੁੱਲਾਂ ਦੇ ਸਨਮੁਖ ਖੋਲ੍ਹਣਾ ਕੀਤੇ।
बोले राग तिलंग हो बोले राग तिलंग। शब्द जो दुख दहे अड़िल दी चाल हो दे नाल बनदी है। आ जिहड़ा तिलंग राग वाला शब्द आपां कथा करन लई जा रहे हैं। दुखों नूं साड़न वास्ते महाराज ने पावन शब्द उचारिया। सो गुरु महाराज मौलवी दे ताई ते सबना नूं ये सांझा उपदेश इंज बख्श रहे हैं। साध संगत जीओ, ये फारसी के अखर हैं, ये साड़ी माँ बोली नहीं है। माँ बोली साड़ी पंजाबी है, गुरमुखी है। गुरु साहब का ये गुण सीगा कि जिस तरह की कोई भाषा जानता है, जिस तरह की बोली वो जानता, उन्होंने वो बोली च उपदेश बख्शिश कर दे। अजकल का डबल MA या PhD होल्डर बंदा भी इस शब्द का शुद्ध पाठ नहीं करके सुना सकता। जिहड़ा श्री गुरु नानक देव महाराज ने 7 साल की उम्र दे विच शब्द उचारे है, अर्थ करने तो बड़ी दूर की गल है। सो ये फारसी के अखर ने। यक, यक का अर्थ है एक, अर्ज का अर्थ है बेनती, गुफ्तम का अर्थ है कि मैं कहता हाँ, पेश का अर्थ है तुहाडे अगे, ते तो तुहाडे अगे। सो इंज ये अर्थ बने हैं। सतगुरु नानक देव महाराज उचारते ने कि हे वाहिगुरू करतार तो अर्थ चलेगा पिछले अखर तो। हे करतार, ये रचना हर खुदा, गुफ्त मैं तो तुहाडे पेश अगे एक बेनती गुफ्त कहंदा है। तू मेरी बेनती नूं गोसनामे कन्नां दा आप दे कन्नां दे दर विच सुनना कुन कर, भाव ध्यान दे नाल सरवण कर। ये वाहिगुरू अकाल पुरख, मैं तेरे चरनां च अरदास करदा, तेरे चरनां विच मैं एक बेनती करदा है। तो तेरे अगे मैं एक रजोई कहंदा हाँ, तू आप दे कन्नां विच ध्यान दे नाल सुण दे। कन्न सुनो अरदास जियो। रब बोला नहीं है। आप कहते ना साड़ी अरदास महाराज ने पता नहीं सुनी कि नहीं सुनी, वो कन्ना वाला है और वो अरदास सुनता है। ये गल वखरी है कि वड्डे बंदे भावें वो साड़ी गल सुन के उन्होंने मनन या ना मनन, ये तो हुण माँ प्यो की गुरु पीर की मर्जी है कि वो सुन के मने या ना मने, पर सुनता जरूर है। कहते जद गुरसिख अरदास करता है तो 10 पातशाहियाँ एक चरण के अंगूठे ते खलो के गुरु ग्रंथ साहिब की हजूरी सिख की अरदास सुनते ने। सुनी अरदास स्वामी मेरा सर्व कला बन आई, प्रगट भई सगले जुग अंतर गुरु नानक की वडियाई। हाँ जी। हक्का नाम है सच स्वरूप दा। कबीर कहते ने वड्डे नूं, करीम कहते ने करम बख्शी करने वाला कृपालु। ये वाहिगुरू तू हक सच स्वरूप है, ते कबीर तू वड्डा है। जिस वक्त कबीर साहब के नाम से ईरखा करके काशी दे विच पंडितां ने चिट्ठियां भेज दित्तियां कि कबीर दे घर जग है, तो पंडितां दीयां मंडलियां तुरियां आउण। कबीर जी ने पुछया, कहंदे किधर चले हो? कहंदे तुहानूं नहीं पता कबीर दे घर जग है। कबीर जी ने सोचा मना भी कबीर तो मेरा ही नाम है। कहंदे तुहानूं किहने क्या वो ये जग है? कहंदे आ वेखो सानूं चिट्ठियां आईयां ने। जब चिट्ठी पढ़ी कबीर जी ने, वो कबीर जी की लिखी हुई नहीं सीगी, वो तो पंडितां ने लिखी सी।
कबीर जी ਨੂੰ महसूस होया कि पंडितां ने ईर्खा करके मेरी बेइज्जती करन दी कोशिश की है। चलो ਆਪਾਂ ਘਰੋਂ ਹੀ ਬਾਹਰ ਨਿਕਲ ਜਾਂਦੇ ਹਾਂ, ਕਿਸੇ ਨੂੰ ਮਿਲਣਾ ਨਾ ਹੋਵੇ, ਕੋਈ ਗੱਲ ਨਾ ਕਰਨੀ ਹੋਵੇ, ਅਤੇ ਜਾਂ ਕੁਝ ਖਵਾਉਣਾ ਪਿਆਉਣਾ ਨਾ ਪਏ। ਛੁੱਟੀਆਂ ਦੇ ਵਿੱਚ ਕੋਈ ਸਾਡੇ ਘਰ ਪ੍ਰਾਹੁਣਾ ਬਣ ਕੇ ਆਏ, ਆਪ ਹੀ ਪ੍ਰਾਹੁਣੇ ਬਣ ਕੇ ਚੱਲ ਜਾਓ। ਪਤਾ ਮਿਲਣ ਆਉਣਾ ਅਤੇ ਆਪ ਹੀ ਘਰ ਛੱਡ ਕੇ ਫਿਰਨ ਚਲੇ ਜਾਓ। ਇਹ ਵਧੀਆ ਤਰੀਕਾ ਹੈ। कबीर साहब ने सोचा मना कि आखांगे भी खाण नूं नहीं है। 4 मैंबरां दा पालना पोषना बड़ा कठिन हो रहा, तो 1-2 साधुआं दी सेवा बड़ी मुश्किल होंदी। इन्ने पंडितां नूं कौन खवाऊगा। सतनाम वाहिगुरू करदे करदे बाहर निकल गए। मगरों महाराज ने कबीर दा रूप धार के 7 दिन साधुआं दीयां मंडलियां रख के तो उन्होंने चंगा निहाल किया। वो बेचारे बीमार हो गए, मसा छुट्टी लैके छुटे। उन्होंने गड्ढे भर दिते मठियाई दे नाल, खीर पूड़े दे नाल, बहुत उन्होंने प्रसन्न किया। कबीर साहब जी नूं बधाइयां मिलन। कबीर जी तुहानूं बधाई होवे। कहंदे काहदी? आपने जग कीता। तो उस वक्त कबीर साहब जी ने हंकार नहीं किया कि मेरा नाम आर्या है। कबीर आप दा नाम ही नहीं समझिया। कोई भी बंदा आप दा नाम नहीं छड्डदा, मरनी मर जाए, पर लोग नाम नूं कमाउंदे हन। पर धन कबीर जी ने कबीर आप दा नाम समझिया ही नहीं, हंकार छड्ड दिता। जिहड़ा बाबा मोहन सीगा, जद उन्हें श्री गुरु अर्जन देव जी के पावन मुखार बेन तो मोहन तेरे उचे मंदिर महल अपारा वाले शब्द का कीर्तन सुनिया, तो जिहड़ा किसी के काबू नहीं आया, बाबे बुढ़े कोलों समाधि नहीं खुली, वो आप दिया भी पोतियां लैके बाहर आ गया। इन्ना उहदे मन च मान सीगा, फुल के पहाड़ बन गया कि वेखो गुरता गद्दी दे मालक 5वें पातशाह मेरे नाम की उस्सत ही कर रहे हैं। पर उन्होंने इन्ना नहीं पता कि मोह हन, मोह नूं नाश करने वाला वाहिगुरू है। सतगुरु अर्जन देव जी तो उहदे गुण गा रहे हैं। असी समझते हैं पता नहीं साडा ही नाम महाराज ने लिया। जद साडे कन्नां दे विच साडा नाम पए, आपां बहुत खुश हुंदे हैं। तो जे नाम ना कोई बोले, गुस्से हो जाईदा भी असीं 10 रुपये दिते सी जां इन्नी सेवा कीती सी, साडा नाम कित्थे है जी। ना अरदास दे विच बोलिया, ना किसी पत्थर ते लिखिया होया। गुस्से हो जाते हैं। पर धन भगत कबीर साहब जी जिन्हां हंगता नहीं की, जद लोगों ने कबीर कबीर कह के बधाइयां दित्तियां, तां कबीर साहब ने श्लोक उचारिया, कबीर ना हम किया ना करेंगे। पहले अखर कबीर का अर्थ तो भगत कबीर जी है। कबीर ना हम किया ना करेंगे, ना कर सके शरीर। ना तो आप कुछ करन जोगी हाँ, ना ही साडा शरीर कुछ कर सकता। जो कुछ किया सो हर किया, पयो कबीर कबीर। जो कुछ किया है सो हरि वाहिगुरु अकाल पुरख परमात्मा ने किया। तो कबीर कबीर तो उं ही मेरा नाम प्रसिद्ध हो गया। असल दे विच कबीर नाम है वड्डे दा, फारसी का अखर है कि परमात्मा जिहड़ा सब तो वड्डा है। ये कबीर कबीर सब वाहिगुरू नूं कह रहे हैं कि परमात्मा सब तो वड्डा है, उहदा ही नाम सारे जप रहे हैं। सो हे वाहिगुरू तू हक्का, हक सच स्वरूप है। कबीर तू बहुत वड्डा है, करीम कृपालु, कर्म बख्शिश करने वाला है, पत्थर दिल नहीं है कि जिहड़ा बोली जाइए अरदास मन्ने ही ना, तू मनदा है। श्री गुरु गोबिंद सिंह साहब जी महाराज दिलों चाहते सन कि आनंदपुर का किला ना छड्डिया जाए। माता जी नूं गुरु साहब ने ਸਿੰਘਾਂ नूं भी अलर्ट किया
कि जिस तुसीं साडे आखे ला के एक हफ्ता औखे सौखे होर भुख जर लो तो तुहानूं राज पाक दे देवांगे। पर खालसे ने जवाब दे दिता, कहन लगे महाराज तुसीं 7 दिन कहंदे हो, 7 मिनट भी असीं नहीं रह सकते। माता जी भी कहंदे कि आपां जाना है। गुरु साहब कहंदे कि फिर तुहानूं जे कोई मुश्किल आई तो तुसीं मैनूं ना आखिओ, क्योंकि मैं तुहानूं पहलां ही सावधान कर दिता है। इत्थे तां बड़ा सुख अते आराम है, पर बाहर जाके मुश्किलों का पहाड़ आप दे उपर टुटेगा, तो सावधान रहो। सतगुरु महाराज सच्चे पातशाह जी जो चाहते नहीं सन किला छड्डना, पर जद माता जी निकल तुरे, कहते मैनू तो छोटे साहिबजादियां का ख्याल है, मैं तो इन्हां दे बचाउण वास्ते चली हाँ। जद सिंह तुर पे तो महाराज कहते भी हुण साडा भी दिल नहीं लगता, पता सारा कुछ सीगा कि की होना है, चाहते भी नहीं सन निकलना, ते पर महाराज प्यार दे बजे ने। सतगुरु जी ਸਿੰਘਾਂ ते माता जी की आखे लग के ना चाहते हुए भी किला छड्ड के तुर पे सन। 5 पोह की ठंडी रात नूं वेखो किन्नी बर्फ पै रही, बड़ी मुश्किल सीगी। जंगा युद्धां दी मुश्किल सहारी, पर गुरु महाराज ने आखा नहीं मोड़िया। तो ऐसा कृपालु है, कर्म बख्शिशी करने वाला है। ये गल वखरी है भी कई बार असीं आप दी जिद पुगा के खुद मुश्किल का पहाड़ अपने लिए खड़ा कर देंगे हैं, पर महाराज सानू दुखी नहीं वेखदा ते किसी दी मुश्किल नूं आप दी मुश्किल समझदा। संतन दुख पाए ते दुखी सुख पाए साधन के सुखी। सतगुरु जी का जी क्यों नहीं लगा? महाराज तो बिल्कुल सेफ किले के अंदर रह सकते सी, जी तां नहीं लगा भी ये घेरे च पै जाणगे, इन्हां नूं फड़ के तुरक मार मुकाउणगे, फिर इन्हां दी रख्या कौन करूगा? तां महाराज मूहरे होके लगे ते सारे परिवार नूं सारी वहीर नूं आप दे अगे करके सेफ कढ़िया ते आप दुश्मन का मुकाबला करदे सरसा के कंढे ते अटक गए। इंज महाराज कृपालु दयालु है, सब दुनिया का दुख आप दी झोली पवाया, आप दे पिता का सीस बलिदान दिता, आप यतीम होना पसंद किया। तो वेखो 8.5 साल की उम्र दे विच किड्डी वड्डी जिम्मेवारी सीगी। ऐसे कृपालु हन। जिन्हों कोई ऐब नहीं है, कोई नशा पता नहीं है, दोष रहित अते परवतगार पालना करने वाला है। मैनू अपना नाम दा दान ये महाराज देना कर, अर्थात ये मुल्ला जी क्यों अधीन हो के उस खुदा दे कोलों नाम मंगीए कि अपना नाम सिमरन देवो, क्योंकि खुदा दे नाम तो बिना दिसन वाला सब कुछ नाशवंत है ते शरीर भी सारे नाश हो जाने हन। जो दुनिया दो नीआं ऐस लोक दी वाहिगुरु जम्मण दी ते मरण दी, ये जिहड़ी दुनिया संसार है इहदा मुकाम जिहड़ा ठिकाना है ये फानी फना नाश रूप है। हे गुरमुखा तू इसनूं तहकीक निश्चय करके आप दे दिल हिरदे विच जानना कर। मम मेरे सर सिर दे मूहे केस अजराइल जिहड़ा मौत का फरिश्ता है इन्हें गिरफ्त पकड़े हुए हैं। तू ये निश्चय कर कि मेरे सिर दे वाल मौत के फरिश्ते अजराइल यमदूत ने पकड़े हुए हैं। 4 दूत ने अजराइल, मेकाइल, नेकाइल इत्यादि।
परंतु असा ने दिल हिरदे विच हेच कुछ भी नहीं दानी जानिया, पाप परलोक दा फिक्र नहीं कीता। इत्थे विश्राम दिंदे हन। मौलवी ने कहा है कि जो आप जी ने वैराग दे बचन कीते, इहो जिहा वैराग सानू बजुर्गों नू धारण करना चाहिए। तुहाडी उम्र तो अजे बड़ी छोटी जी है, 7 साल की। वेखो तुहाडे माँ प्यो बहुत चिंतातुर ने, इन्हां नू तुहाडा इस प्रकार उदास रहना चंगा नहीं लगता। ये सुन के सतगुरु जी ने कहा, फारसी दे विच जान कहंदे ने इस्त्री नूं, जन बोला जिहा, ते पिसर कहंदे ने पुत्तर नूं, ते पदर कहंदे ने प्यो नूं। बरादरां जिस तरह आपां बरादरी कहंदे आ, भराया संबंधी आदक। हे मुल्लां जी, घर वाली, पुत्तर, प्यो ते शरीका बरादरी, भाई आदक संबंधी, इन्हां दे विचों किसी ने भी अंत वक्त काल तो छुड़ाउण वास्ते नहीं हो दस्तंगीर तेरा हथ पकड़ना, किसी ने तेरा हथ पकड़ना। सब पासे होके खड़े हो जाणगे। इत्थे दुनिया च नहीं कुछ छुड़ाउंदा। अखाड़कूवाद सीगा ते लोकां दा कैसा उल्टा ही सुभाਅ हो गया। मैं वेखदा कि थाणियां च लिख लिख के माँ प्यो सगियां ने देता, भैन भरावां ने, भी साडा नहीं कुछ भी लगता, जिथे फड़े उत्थे मार दो, असीं जरूर वक्त चलना। पुलिस तंग करदी, बंदा की करूगा? इस वास्ते सारियां ने कहता भी साडा कुछ नहीं है। इंज कईयां ने आप दा बचाव कीता। इउं जद मार पैंदी होवे उदों नहीं कुछ छुड़ाउंदा है। खुशी दे विच ही बैंड बाजियां 'च सारे नचदे ने, सरवारने करदे ने। जद विपता आए ते सारे पासे होके खड़े हो जाते, कोई नहीं जे हथ फड़दा। जिस वेले आखिर अखीर नूं बेअफतम मैं इस शरीर वालों परलोक नूं कूच करन लई बेअफतम डिग पिया, तां कासना दर्द किसे नूं दर्द नहीं होना है। रस्ते चूं जदों तकबीर मुर्दे लई प्रार्थना सवद होवेगी, भाव अल्लाहू अकबर जां राम नाम सत है, राम नाम सत है, इत्यादिक आवाज़ होवेगी। ते उस समय कोई भी मनुख दर्दी रक्षक नहीं होवेगा। जिवें काजी कहंदे हन, चूं जिमें काजी बकरे नूं कोंदा है, इउं जद काल रूप कसाई कौन लगेगा तो उस समय कोई भी नहीं रख सकता है। चूं सवद तकबीर तेरी सो जिहड़ी हालत है बकरे नूं कोण वाली होवेगी, उदों तेरा किसी दर्द नहीं करना, कल्ला ही तू फस जावेंगा। ये बचन सुन के मौलवी ने कहा कि छोटी जी उम्र दे विच ही आप जी दी बहुत वड्डी दानाई है। तुसीं तां संत जनां नूं सुख देण लई कोई अवतार ही प्रगट होए हो, जिन्हां ने बचपन दे विच ही बंदगी करनी जान लई है। बदी दा ख्याल ही चित्त चों भुला दिता ते प्रीति दी रीति नूं हिरदे अंदर वसाया होया, विषयां तो मन नूं उदास कर लिया ते तुहाडी बाणी परमेश्वर दे प्रेम दे विच भिजी होई है। इउं सुखां दे घर सतगुरु जी उस्तति दे वचन सुन के बहुत निमरता दे सहित हो के शब्द दा तीसरा बंद उचारदे ने। हे मुल्ला जी, सब मीनिंग रात, रोज मीनिंग दिन ते गस्त मैं हवा दी तरह, यानी इच्छा वासना दे दर विच ही गश्त करदा फिरदा, तुरिया फिरदा हाँ, सो आवारागर्दी करदा फिरदा हाँ। हे मुल्ला जी, सारी रात सारा दिन मैं इच्छा ते वासना दे विच ही बझा होया
ਤੁਰਿਆ ਫਿਰਦਾ ਗਸ਼ਤ ਕਰਦਾ ਰਹਿੰਦਾ ਹਾਂ। ਹਰ ਕਰਦੇ ਮੈਂ ਬਦੀ ਮੰਦ ਕਰਮਾਂ ਦਾ ਹੀ ਖਿਆਲ ਕਰਦਾ ਹਾਂ। ਸਤਿਗੁਰੂ ਜੀ ਉੱਤਮ ਭਗਤੇ ਹਨ। ਮਹਾਰਾਜ ਦੇ ਵਿੱਚ ਤਾਂ ਕੀ ਔਗਣ ਹੋਣੇ ਨੇ, ਉਹ ਤਾਂ ਖੁਦ ਭਗਵਾਨ ਨੇ। ਜਦ ਅਸੀਂ ਬਾਣੀ ਪੜ੍ਹਾਂਗੇ ਤਾਂ ਮੈਂ ਵੀ ਆਪਣੇ ਆਪ ਨੂੰ ਮੈਂ ਬੋਲਾਂਗਾ, ਕੋਈ ਹੋਰ ਵੀ ਤੁਸੀਂ ਵੀ ਮੈਂ ਕਹੋਗੇ। ਮਤਲਬ ਇੰਝ ਮਹਿਸੂਸ ਕਰਾਂਗੇ ਕਿ ਅਸੀਂ ਆਪ ਹੀ ਇਹਨਾਂ ਔਗਣਾਂ ਨਾਲ ਭਰੇ ਹੋਏ ਅਤੇ ਗੁਰੂ ਦੇ ਚਰਨਾਂ 'ਚ ਵਾਹਿਗੁਰੂ ਦੇ ਕੋਲ ਬੇਨਤੀ ਕਰ ਰਹੇ ਹਾਂ ਕਿ ਮਹਾਰਾਜ ਮੈਂ ਦਿਨ ਭਰ ਰਾਤ ਬੁਰੇ ਹੀ ਬੁਰੇ ਕਰਮਾਂ ਦਾ ਖਿਆਲ ਕਰਦਾ। ਕਿਤੇ ਭੁੱਲ ਭੁਲੇਖੇ ਬਾਣੀ ਦਾ ਗੁਟਕਾ ਫੜ ਵੀ ਲਓ ਅਤੇ ਉਲਟੇ ਸਿੱਧੇ ਹੀ ਖਿਆਲ ਆਈ ਜਾਂਦੇ ਹਨ। ਕਰਦ ਮੈਂ ਗਾਹੇ ਕਦੇ ਵੀ ਨੇਕੀ ਭਲਾਈ ਵਾਲੀ ਕਾਰ ਨਹੀਂ ਕਰਦ ਕੀਤੇ। ਇਸ ਤਰ੍ਹਾਂ ਮੇਰਾ ਤਾਂ ਇਹੋ ਚਿਨੀ ਜਿਹਾ ਅਹਿਵਾਲ ਹਾਲ ਹੋ ਰਿਹਾ ਹੈ। ਭਾਵ ਕਦੇ ਮੈਂ ਕੋਈ ਭਲੇ ਦਾ ਕੰਮ ਨਹੀਂ ਕੀਤਾ ਅਤੇ ਇਹੋ ਜਿਹਾ ਮੇਰਾ ਬੁਰਾ ਹਾਲ ਹੋਇਆ ਪਿਆ ਹੈ। ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਜਦ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮੈਂ ਸੁੱਤਾ ਪਿਆ ਹੁੰਦਾ ਅਤੇ ਬੁਰੇ ਕਰਮਾਂ ਵਾਸਤੇ ਉੱਠ ਕੇ ਸ਼ੇਰ ਬਣ ਜਾਂਦਾ। ਇਹ ਬਚਨ ਸੁਣ ਕੇ ਮੁੱਲਾ ਨੇ ਬੇਨਤੀ ਕੀਤੀ ਕਿ ਮੇਰਾ ਇਸ ਦੁਨੀਆ ਤੋਂ ਦੱਸੋ ਕਿ ਤਰਨਾ ਕਿਵੇਂ ਹੋਵੇ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਵੀ ਹਉਮੈ ਨੂੰ ਛੱਡ। ਇਹ ਮੁੱਲਾ ਜੀ, ਇਹ ਸਾਡੇ ਉਸਤਾਦ ਜੀ, ਸਾਡੀ ਬੇਨਤੀ ਹੈ ਵੀ ਹੰਕਾਰ ਛੱਡ ਦਿਓ, ਨਿਮਰਤਾ ਧਾਰਨ ਕਰੋ। ਉਸ ਪਰਬਤ ਖਾਰ ਖੁਦਾ ਦੇ ਅੱਗੇ ਇੰਜ ਬੇਨਤੀਆਂ ਕਰੋ। ਗਾਫਲ ਦੇ ਵਿਸ਼ਰਾਮ ਹੈ। ਹੇ ਖੁਦਾ ਹਮ ਮੈਂ ਚੋ ਐਸੇ ਬਦ ਬਖਤ ਖੋਟੇ ਭਾਗਾਂ ਵਾਲਾ ਹਾਂ। ਕਿਹੋ ਜਿਹੇ ਮੇਰੇ ਖੋਟੇ ਭਾਗ ਨੇ। ਦੁਨੀਆ ਤਾਂ ਮੈਨੂੰ ਸਿੰਘ ਸਾਹਿਬ ਕਹਿੰਦੀ ਹੈ ਅਤੇ ਗੱਲ ਜਿਹੜੀ ਮਰਜ਼ੀ ਮੇਰੇ ਕੋਲੋਂ ਸੁਣ ਲਓ। ਚੁਗਲੀਆਂ ਕਰਨ ਨੂੰ ਮੈਂ ਬਹੁਤ ਵੱਡਾ ਹਾਂ ਅਤੇ ਈਰਖਾ ਕਰਨ ਵਾਲਾ ਹਾਂ। ਵਕੀਲ ਮਤਲਬ ਕੰਜੂਸ ਹਾਂ, ਲਾਲਚੀ ਹਾਂ ਅਤੇ ਵਕੀਲ ਈਰਖਾਲੂ ਨੂੰ ਵੀ ਕਹਿੰਦੇ ਨੇ। ਤੋ ਮਹਾਰਾਜ ਗਾਫਲ ਹਾਂ, ਨਾਮ ਸਿਮਰਨ ਵੱਲੋਂ ਬੇਖਬਰ ਹਾਂ, ਸੁਸਤ ਹਾਂ। ਸੰਗਤਾਂ ਤਾਂ ਨਹਾ ਧੋ ਕੇ ਤਿਆਰ ਪਰ ਤਿਆਰ ਹੋ ਕੇ ਨਿਤਨੇਮ ਕਰਕੇ ਆਉਂਦੀਆਂ ਨੇ ਅਤੇ ਮੇਰਾ ਸਾਰੀ ਸਾਰੀ ਦਿਹਾੜੀ ਟਾਈਮ ਨਹੀਂ ਲੱਗਦਾ, ਗੱਲਾਂ ਦੇ ਵਿੱਚੋਂ ਵੇਲ ਹੀ ਨਹੀਂ ਮਿਲਦਾ। ਇਹੋ ਜਿਹਾ ਮੈਂ ਬੇਖਬਰ ਸੁੱਤਾ ਪਿਆ ਰਹਿੰਦਾ ਹਾਂ, ਸੁਸਤ ਹਾਂ। ਇਹੋ ਜਿਹੇ ਮੈਂ ਖੋਟੇ ਭਾਗਾਂ ਵਾਲਾ ਹਾਂ। ਮਹਾਰਾਜ ਨੇ ਸੋ ਕਿਰਪਾ ਕਰਕੇ ਸਿੱਖਾਂ ਦੇ ਘਰ ਜਨਮ ਦੇ ਕੇ ਗੁਰਬਾਣੀ ਦੀ ਬਖਸ਼ਿਸ਼ ਵੀ ਕੀਤੀ ਹੈ ਅਤੇ ਪਰ ਕਦੀ ਮੇਰਾ ਟਾਈਮ ਹੀ ਨਹੀਂ ਲੱਗਾ ਵੀ ਮੈਂ ਭਜਨ ਬੰਦਗੀ, ਕੋਈ ਮਾਲਾ, ਕੋਈ ਨਿਤਨੇਮ, ਕੋਈ ਆਤਮਾ ਦੇ ਭਲੇ ਦਾ ਕੋਈ ਕਰਮ ਕਰ ਲਵਾਂ। ਤੋ ਐਸੇ ਮੇਰੇ ਖੋਟੇ ਭਾਗ ਹਨ। ਜੇ ਤਾਂ ਗੁਰਸਿੱਖ ਸੰਗਤ ਦੇ ਵਿੱਚ ਆ ਕੇ ਭਜਨ ਬੰਦਗੀ ਵਿੱਚ ਲੱਗ ਜਾਏ ਤਾਂ ਸਤਸੰਗੀ ਪੁਰਖਾਂ ਦੇ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆਂ। ਅਤੇ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਘੋਣ ਮੋਣ ਹੀ ਤੁਰਿਆ ਫਿਰਦਾ ਰਿਹਾ, ਕਿਸੇ ਨੇ ਕੁਛ ਕਹਿ ਦਿੱਤਾ, ਕਹਿੰਦਾ ਵੀ ਮੈਂ ਤਾਂ ਸਿੰਘ ਹਾਂ ਜੀ, ਫਿਰ ਗੁੱਸਾ ਕਰਨਾ ਵੀ ਮੈਂ ਤਾਂ ਸਿੱਖ ਹਾਂ। ਤੋ ਦਸਤਾਰ ਵੀ ਨਹੀਂ ਸਜਾਈ, ਕੇਸ ਵੀ ਨਹੀਂ ਰੱਖੇ, ਅੰਮ੍ਰਿਤ ਵੀ ਨਹੀਂ ਛਕਿਆ, ਮਹਾਰਾਜ ਦੀ ਬਾਣੀ ਦੇ ਲੜ ਨਹੀਂ ਲੱਗੇ। ਇਉਂ ਸਭ ਤੋਂ ਖੋਟੇ ਭਾਗ ਉਸ ਪੁਰਸ਼ ਦੇ ਹਨ। ਮਹਾਰਾਜ ਮੈਂ ਖੋਟੀ ਨਜ਼ਰ ਵਾਲਾ ਹਾਂ। ਪਰ ਮਾਦੀ ਵਿਸ਼ਿਆਂ ਦੇ ਪ੍ਰੈਣ ਹੋ ਕੇ ਗਾਫਲਤਾਈ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ। ਵਿਵੇਕ ਵੈਰਾਗ ਜਾਂ ਪਰੋਖ ਅਪਰੋਖ ਗਿਆਨ ਰੂਪ ਅੱਖਾਂ ਤੋਂ ਹੀਣਾ ਹੋਣ ਕਰਕੇ ਅੰਨਾ ਹਾਂ ਅਤੇ ਡਰ ਤੋਂ ਰਹਿਤ ਹਾਂ। ਭਾਵ ਜੋ ਮਾਤਾ ਦੇ ਗਰਭ 'ਚ ਸਵਾਸ ਸਵਾਸ ਨਾਮ ਸਿਮਰਨ ਦੇ ਇਕਰਾਰ ਕੀਤੇ ਸੀ, ਉਹ ਕੌਲ ਇਕਰਾਰਾਂ ਨੂੰ ਭੁਲਾ ਕੇ ਨਿਡਰ ਹੋਇਆ ਭੱਜਾ ਫਿਰਦਾ ਹਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬੋਗੋਇਦ ਕਥਨ ਕਰਦੇ ਨੇ ਕਿ ਹੇ ਮੁੱਲਾ ਜੀ, ਇਉਂ ਬੇਨਤੀ ਕਰ ਕਿ ਹੇ ਖੁਦਾ ਮੈਂ ਤੁਰਾ ਤੇਰਾ ਜਨ ਦਾਸ ਹਾਂ।
हर तेरे जिहड़े चाकर ने नौकर ने भाव भगत जन हैं तेरे सेवादार ने तेरे गड़वई ने ते उन्हां दे चरनां दी मैं तोड़ी मंगदा हाँ। जा नानक तोड़ मंगै तिस गुरसिख की जो आप जपे अवरया नाम जपावै। मेरी खल्लों मौजड़े गुरसिख हंडांदे। पहले मैनूं पता नहीं सी हुंदा भी मौजड़े किहनूं कहिंदे ने। तुसीं भी सोचोगे भी मौजड़े का मतलब की होया। फिर मौजे लिखिया मैं पढ़िया वो मौजे की समझ ना आए। अजकल की पंजाबी बोली च पता ही नहीं भी मौजे आप तो कहते शूज़ आप शॉप तो शूज़ लैके आए जी। तो जिहड़ा पुराना बोला सीगा जिस तरह मुक्तसर दे विच अजे भी वो चुंझ जियां वालियां तिल्ले वालियां जुत्तियां मिलदियां ने ते चौड़े चौड़े जिहड़े महाराजे पाउंदे हुंदे सन बड़े सोहणे किस्म दे उन्होंने कहिंदे सी मौजे। मौजड़े सोहना खुस्सा जुत्ता खुला जिहड़ा लगे ना बड़ा आराम वाला होवे। मेरी खल्लों मौजड़े गुरसिख हंडांदे। मेरी खल दे मौजे बन ते सिख वो जुत्ती पा के हंडाउण। इन्नी निमरता भाई गुरदास ने जनाई है। सो कहण मुताबिक ही नहीं मन विच भी निमरता होनी चाहिए है। हरेक गुरसिख नूं जद भी मिलीए तो फतेह बुलाइए प्यार दे नाल क्योंकि देन वाला परमात्मा है। आपां किसी नूं कुछ दे नहीं सकते एक प्यार ही है जिहदे नाल दिन सौखे लंघदे ने नहीं तो फिर टाइम कटना औखा हो जाता। तो आओ दो पंक्तियां पढ़िए तो फतेह अर्ज करिए। बेनज़र बेबाक नानक बुगोइद जन तुरा तेरे चाकरां पाखाक। वाहिगुरू जी का खालसा